ਸਤਿ ਸ਼੍ਰੀ ਅਕਾਲ ਦੋਸਤੋ, मैं ਅਮਰੀਕ ਸਿੰਘ ਪ੍ਰਿੰਸ ਤੇ ਤੁਸੀਂ ਦੇਖ ਰਹੇ ਹੋ ਤਹਿਲਕਾ ਟੀਵੀ। ਤਹਿਲਕਾ ਟੀਵੀ ਦੇ ਵਿੱਚ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਕਾਂਗਰਸ ਦੇ ਵਿੱਚੋਂ ਜਿਸ ਵੇਲੇ ਰਵਨੀਤ ਬਿੱਟੂ ਜੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਨ ਤੇ ਉਹਨਾਂ ਦੀ ਬੋਲੀ ਕਿੱਦਾਂ ਚੇਂਜ ਹੋ ਗਈ। ਉਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਹਰ ਕਿਸੇ ਦੀ ਬੋਲੀ ਚੇਂਜ ਹੁੰਦੇ ਉੱਤਾ ਹੋਈ। ਪਰ ਉਸ ਤੋਂ ਬਾਵਜੂਦ ਕਾਂਗਰਸ ਪਾਰਟੀ ਦੇ ਵਿੱਚ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੇ ਨਾਲ ਬਿੱਟੂ, ਦੋਨਾਂ ਦਾ ਇੰਨਾ ਲੰਗੋਟੀਆ ਯਾਰੀ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰੀਕ ਸਿੰਘ ਪ੍ਰਿੰਸ ਤੇ ਤੁਸੀਂ ਦੇਖ ਰਹੇ ਹੋ ਤਹਿਲਕਾ ਟੀਵੀ। ਤਹਿਲਕਾ ਟੀਵੀ ਦੇ ਵਿੱਚ ਲੈ ਕੇ ਆਏ ਹਾਂ ਅੱਜ ਆਪਾਂ ਕਾਂਗਰਸ ਦੇ ਵਿੱਚ ਉਠਾ ਪਟਕ, ਭਾਰਤੀ ਜਨਤਾ ਪਾਰਟੀ ਵਿੱਚ ਬਦਲਾਓ ਅਤੇ ਕਿਉਂ ਲੋਕੀ ਭਾਰਤੀ ਜਨਤਾ ਪਾਰਟੀ ਵਿੱਚ ਬਦਲ ਰਹੇ ਆ। ਕਾਂਗਰਸ ਦੀ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੂੰ ਸੀਟ ਮਿਲਣ ਦੀ ਪੂਰੀ ਆਸ ਤੋਂ ਬਾਵਜੂਦ, 3 ਵਾਰ ਕਾਂਗਰਸ ਪਾਰਟੀ ਚੋਂ ਜਿੱਤਣ ਤੋਂ ਬਾਵਜੂਦ, ਇਸ ਤੇ ਦਾਦਾ ਜੀ ਦਾ ਬਹੁਤ ਵੱਡੀ ਕੁਰਬਾਨੀ ਸੀਗੀ। ਇਸ ਪਰਿਵਾਰ ਦੀਆਂ ਕਾਫੀ ਜ਼ਿਆਦੀਆਂ ਕੁਰਬਾਨੀਆਂ ਹੋਣ ਕਰਕੇ ਸੋਨੀਆ ਗਾਂਧੀ ਨੇ ਇਸ ਮੈਂਬਰਾਂ ਨੂੰ ਸਭ ਤੋਂ ਪ੍ਰਮੁੱਖ ਰੱਖਿਆ ਹੋਇਆ ਸੀ। ਪ੍ਰਮੁੱਖ ਰੱਖਣ ਤੋਂ ਬਾਵਜੂਦ ਵੀ ਅੱਜ ਬਿੱਟੂ ਜੀ ਪਾਰਟੀ ਛੱਡ ਕੇ ਚਲੇ ਜਾਂਦੇ ਆ ਰਾਤੋਂ ਰਾਤ ਭਾਰਤੀ ਜਨਤਾ ਪਾਰਟੀ ਦੇ ਵਿੱਚ। ਇਸ ਸੂਚਨਾ ਇਹਨਾਂ ਦਾ ਹੀ ਭਰਾ, ਇਹਨਾਂ ਦਾ ਹੀ ਬ੍ਰਦਰ ਅੱਧਾ ਘੰਟਾ ਪਹਿਲੋਂ ਦਿੰਦਾ ਹੈ ਇੱਕ ਮੀਟਿੰਗ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੀ ਨੂੰ, ਰਾਜਾ ਵੜਿੰਗ ਜੀ ਨੂੰ, ਪ੍ਰਤਾਪ ਸਿੰਘ ਬਾਜਵਾ ਜੀ ਨੂੰ, ਵੀ ਅੱਧੇ ਘੰਟੇ ਬਾਅਦ ਬਹੁਤ ਵੱਡੀ ਹਿੱਟਿੰਗ ਨਿਊਜ਼ ਆਉਣ ਵਾਲੀ ਹੈ। ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਿਲਣ ਜਾ ਰਿਹਾ ਹੈ। ਚੰਗੇ ਭਲੇ ਅੱਛੀ ਮੀਟਿੰਗ ਚੱਲਦੇ ਹੋਏ ਸਾਰੇ ਮੀਟਿੰਗ ਦੇ ਵਿੱਚ ਸਾਰਿਆਂ ਦੇ ਰੰਗ ਉੜ ਗਏ ਵੀ ਇਹ ਕੀ ਗੱਲ ਹੋ ਗਈ, ਜਦ ਕਿ ਕਾਂਗਰਸ ਦੇ ਵਿੱਚ ਸਭ ਤੋਂ ਪ੍ਰਮੁੱਖ ਇਹਨਾਂ ਨੂੰ ਅਹੁਦਾ ਦਿੱਤਾ ਜਾਂਦਾ ਸੀ। ਸਾਰੀ ਗੱਲ ਇਹਨਾਂ ਤੋਂ ਪੁੱਛ ਕੇ ਕੀਤੀ ਜਾਂਦੀ ਸੀ ਰਵਨੀਤ ਬਿੱਟੂ ਤੋਂ ਅੱਜ ਕਿਹੜੀ ਗੱਲ ਹੋ ਗਈ ਜਿਹੜੀ ਰਵਨੀਤ ਬਿੱਟੂ ਚੇਂਜ ਕਰ ਗਏ। ਦੂਜੇ ਪਾਸੇ ਰਵਨੀਤ ਬਿੱਟੂ ਦਾ ਕਹਿਣਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਰਾਜ ਕਰਨਾ। ਪੰਜਾਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਜਿੱਤਣਾ ਹੈ। ਉਹਨਾਂ ਨੇ ਕਿਆਫਾ ਲਾ ਚੁੱਕੇ ਨੇ ਅਤੇ ਉਹ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਹੋਰ ਕਿਸੇ ਪਾਰਟੀ ਚੋਂ ਰਹਿ ਕੇ ਪੰਜਾਬ ਨੂੰ ਆਪਾਂ ਕੋਈ ਬੈਨੀਫਿਟ ਨਹੀਂ ਦੇ ਸਕਦੇ। ਪੰਜਾਬ ਨੂੰ ਹੀ ਨਹੀਂ ਬਲਕਿ ਉਹਨਾਂ ਦਾ ਆਪਣਾ ਖਜ਼ਾਨਾ ਵੀ ਪੂਰਾ ਨਹੀਂ ਭਰ ਰਿਹਾ। ਇਸ ਕਰਕੇ ਉਹ ਆਪਣੇ ਅਹੁਦੇ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਆਪਣੇ ਦਿੱਲੀ ਦਾ ਘਰ, ਆਪਣੇ ਚੰਡੀਗੜ੍ਹ ਦਾ ਘਰ, ਆਪਣੇ ਲੁਧਿਆਣੇ ਦਾ ਘਰ, ਇਸ ਨੂੰ ਬਚਾਉਣ ਵਾਸਤੇ ਇਹਨਾਂ ਦਾ ਕਹਿਣਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਿ ਉਹ ਇਸ ਕਰਕੇ ਇਸ ਪਾਰਟੀ ਨੂੰ ਛੱਡ ਕੇ ਉਸ ਪਾਰਟੀ 'ਚ ਗਏ ਨੇ। ਕੀ ਇਹ ਸੱਚ ਹੈ ਕਿ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ? ਰਵਨੀਤ ਬਿੱਟੂ ਨੇ ਤਾਂ ਇਸ ਕਰਕੇ ਹੀ ਆਪਣੀ ਪਾਰਟੀ ਛੱਡੀ ਆ। ਕੀ ਕਾਂਗਰਸ ਪਾਰਟੀ ਦੇ ਜਾਂ ਅਕਾਲੀ ਪਾਰਟੀ ਦੇ ਹੋਰ ਅਹੁਦੇਦਾਰ ਵੀ ਇਸ ਪਾਰਟੀ ਨੂੰ ਛੱਡਣਗੇ, ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਮਿਲਣਗੇ? ਮੁਗਲਾਂ ਦੇ ਟਾਈਮ ਤੇ ਥੋੜੇ ਜਿਹੇ ਸਿੰਘ ਹੋਇਆ ਕਰਦੇ ਸਨ, 20 25 30 ਸਿੰਘ, ਜਿਨ੍ਹਾਂ ਤੇ ਲੱਖਾਂ ਦੀ ਤਾਦਾਦ ਇਹਨਾਂ ਮੁਗਲ ਹਮਲਾ ਕਰਦੇ ਸੀ। ਪਰ ਉਹ ਸੋਨਹਾਲ ਦਾ ਜੈਕਾਰਾ ਲਾ ਕੇ, ਭਲੇ ਸੋਨਹਾਲ ਦਾ ਜੈਕਾਰਾ ਲਾ ਕੇ ਉਸ ਜੰਗ ਨੂੰ ਫਤਿਹ ਕਰਦੇ ਸੀ। ਪਰ ਅੱਜ ਸਿੱਖ ਹੋਣ ਦੇ ਕਰਕੇ, ਇੱਕ ਸਰਦਾਰੀ ਹੋਣ ਦੇ ਕਰਕੇ ਅੱਜ ਰਵਨੀਤ ਬਿੱਟੂ ਆਪਣੇ ਆਪ ਨੂੰ ਸਰੈਂਡਰ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲਾ ਗਿਆ। ਜਿਹੜਾ ਕਿ ਭਾਰਤੀ ਜਨਤਾ ਪਾਰਟੀ ਤੋਂ ਪਹਿਲੋਂ ਗਾਲਾਂ ਕੱਢਦਾ ਸੀ। ਪਹਿਲੋਂ ਕਿੰਨੇ ਮਤਭੇਦ ਸੀ ਇਹਨਾਂ ਦੇ, ਅੱਜ ਇਹਨਾਂ ਦੇ ਸਾਰੇ ਮਤਭੇਦ ਖਤਮ ਹੋ ਗਏ। ਹੋ ਸਕਦਾ ਹੈ ਬਿੱਟੂ ਈਡੀ ਦੇ ਡਰ ਤੋਂ ਵੀ, ਕਿਉਂਕਿ ਪਿਛਲੇ ਬੀਜੇਪੀ ਨੇ ਕਿਹਾ ਸੀ 650 ਕਰੋੜ ਦਾ ਘਪਲਾ ਜਿਹੜਾ ਹੈਗਾ ਬਿੱਟੂ ਜੀ ਨੇ ਕੀਤਾ। ਹੋ ਸਕਦਾ ਈਡੀ ਦੇ ਡਰ ਤੋਂ ਵੀ ਬਿੱਟੂ ਜੀ ਭਾਰਤੀ ਜਨਤਾ ਪਾਰਟੀ ਵਿੱਚ ਮਿਲ ਗਏ ਨੇ। ਕੀ ਇਹ ਕੈਸਾ ਹੋਊਗਾ ਈਡੀ? ਅੱਜ ਤੁਹਾਨੂੰ ਦਿਖਾਣੇ ਆ, ਅੱਜ ਤੁਹਾਨੂੰ ਮਿਲਾਨੇ ਆ ਪੰਜਾਬ ਦੇ ਕਾਂਗਰਸ ਦੇ ਪ੍ਰਮੁੱਖ, ਇੱਕ ਤੋਂ ਇੱਕ ਵੱਧ ਚੜ ਕੇ ਅਹੁਦੇਦਾਰ, ਜਿਨ੍ਹਾਂ ਨੇ ਅੱਜ ਦੱਸਿਆ ਵੀ ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਕਿੰਨਾ ਫਰਕ ਪਿਆ, लोगों में कितना आफा तफरी बची। ते आ लो जो सुनो की बात है। मैंने ना मैं किसी पार्टी को गलत ठहरा रहा हूँ ना किसी को, मेरा तो सिर्फ ये है पंजाब क्यों पीछे रहे।
हम पंजाब में हमारे को MP बना के भेजते हैं, सब कुछ करते हैं, तो लेकिन यहाँ हम अपोजिशन में बैठ जाते हैं आके। तो यही लोगों का मन था भी अगर हम वोट देते हैं आपको, आप पंजाब के लिए कुछ कीजिए, क्योंकि किसानों की समस्याएं हैं, मजदूरों की समस्याएं हैं। कोई आके यहाँ पे ऐसा लोगों के बीच में जो जीते हुए नुमाइंदे हों, वो अगर बात करेंगे प्राइम मिनिस्टर साहब से, HM साहब से, एग्रीकल्चर मिनिस्टर साहब से, इंडस्ट्री मिनिस्टर से, तो मसले हल होंगे। ये बात कोई पार्टी की नहीं है, बात अब ये भी लोग चाह जब मोदी जी को रहे हैं, उनकी सरकार 10 साल से, आगे भी आप सब जगह यही है भी मोदी जी बिल्कुल क्लियर मैंडेट से, मेजॉरिटी से वो आ रहे हैं, तो हम पंजाब वाले क्यों पीछे रहें? क्यों ना हम उस यज्ञ में अपना योगदान भी दें और उसमें से अपने पंजाब के लिए कुछ ना कुछ लेके जाएं। MP तो बना ही देते हैं, MP तो फिर बना देते हैं वो, लेकिन जो काम सरकार में होते हैं, जो गवर्नमेंट से काम किसी स्टेट के लिए किए जाते हैं, उसे प्रायोरिटी देके ये फैसला लिया गया है। मैंने जब भी कोई प्राइम मिनिस्टर साहब से, जहाँ हमारे होम मिनिस्टर साहब से जब भी कोई पंजाब के लिए बात की है, तो उन्होंने उसे हमेशा हाँ पक्की, हमेशा उसे पॉजिटिव तरीके से लिया है, और आगे भी मेरी ऐसा हमेशा उनसे बातचीत होती रही है भाई पंजाब आगे कैसे लेके जाना है। हर थोड़ी है पंजाबी कोई गोलियां खाता रहेगा या पंजाबी डंडे खाता रहेगा, वो चीज़ें हम सामने आके उससे पंजाबी को सेव करेंगे, क्योंकि बहुत चीज़ें हैं, देश ले रहा है तो पंजाब को क्यों ना मिले। सिर्फ एक काम ये है भी कोई नुमाइंदे एक बने थे, एक नुमाइंदा बना था वहाँ से गुरदासपुर से जहाँ और से, वो नहीं पार्टिसिपेट कर सके, जिससे वजह से नुकसान हुआ है। तो अब अच्छी तरह हम BJP के वहाँ से MP जीत के आएंगे, और पंजाब का बनता हुआ, क्योंकि बॉर्डर स्टेट है, देश को रक्षा करने वाली वो स्टेट है, तो उसका हक है जो वो यहाँ से लेके जाएंगे। इसीलिए ये फैसला, बहुत चिर से मेरी बातचीत उनसे हो रही थी, और जब उन्होंने ये कहा भी हम पंजाब के लिए ये चीजें करना चाहते हैं, ये काम करना चाहते हैं, तो फिर क्यों ना हम जाएं। किसानों के लिए भी आप लोग काम करें? 100% किसानों के लिए। 1 साल में तो धरने पे बैठा रहा हूं, आपको पता है, जंतर मंतर पे बिल वापस हुए, अब किसानों के पक्ष में बातें करेंगे और अच्छे काम करवा के लेके जाएंगे। इन्होंने फिर वहां गुहार लगाई, और मैं तब पार्टी का अध्यक्ष था पंजाब का, ये आज से 11 साल पुरानी मैं बात बता रहा हूं। तो तब हमारी लीडरशिप ने कहा जी कि चलो ठीक है, पहली दफा मेंबर ऑफ पार्लियामेंट बना है, यंग है, कुछ इससे बड़ी भूलें हुई हैं, अपने कॉन्स्टिट्यूएंट के साथ ना तो कभी किसी ने किसी का फोन उठाया, ना मुलाकात की, चलो इसको कोई सेफ पैसेज दे दे, एग्जिट दे दे। लुधियाना की सबसे इंपॉर्टेंट पार्लियामेंट सीट पर भेजा, और आप देखिए सबसे बड़ी अफसोस की बात यह है कि आज जब पार्टी को सबसे ज्यादा जरूरत थी, मैं हैरान हूं कि साहब बेअंत सिंह जी जहां भी बैठे हैं, वो अपने पोतरे के इस कदम पर क्या सोचते होंगे। रवनीत सिंह बिट्टू जी को मैंने इतना ही कहना है, बिट्टू साहब आपने ये जो कदम उठाया, अपने हाथ से अपना गर्दन आपने काट ली। ये पॉलिटिकली मैं समझता हूं, अब इलेक्शन बीजेपी की तरफ से ये लड़ेंगे, 100% मुझे यकीन है कि पंजाब के लोग जो हैं, वो जो गद्दारी करने वाले लोग हैं, उनको कभी माफ नहीं करते, और इसका रिजल्ट इसी पार्लियामेंट इलेक्शंस में इनको मिल जाएगा। वो कल तक तो आप रैलीज कर रहे हो, आप कांग्रेस के हक की बात कर रहे हो, और आज बिना बुलाए, कम से कम अगर आप में दम होता, सार बेअंत सिंह के मरहूम के आप ग्रैंडसन हो, बताकर तो जाते कि मैं जा रहा हूं। तो सुबह पता चला आप तो बीजेपी की स्टेज पर बैठे हुए हो। इससे अफसोसनाक बात क्या हो सकती है? आपको लगता है कि बीजेपी गेन कर लेगी इस तरह से, जिस तरह से तोड़ के जा रहा है पंजाब में? देखो, ये 1 मिनट जो, ये रवनीत सिंह बिट्टू जो है, ही वॉज सीन टू बी अ फेस विच वॉज कंसिडर्ड टू बी एंटी सिख। इसका एंटी सिख चेहरा जो है, ये बीजेपी को और भी नुकसान पहुंचाएगा। मेरी एक बात सुन लीजिए, ये तो जो इनको तामझाम मिला हुआ है, सिक्योरिटी मिली हुई है, घर मिले हुए हैं, उन फैसिलिटीज को रखने के लिए आते टाइम में कि मेरे से वो ना खुश जाए, कहीं Z+ सिक्योरिटी ना चली जाए। 3 घर इनको देकर रखे हुए हैं, एक लुधियाना में है, एक चंडीगढ़ में है, एक दिल्ली में है। इतना तो मेरा ख्याल
जो वाइसरॉय हुआ करता था लॉर्ड डलहौजी, उसको इतने घर अंग्रेजों ने नहीं थे दिए जितना इनको इज्जत मान और सम्मान मिला हुआ था कांग्रेस की वजह से। तो ये घर जरूर इनके पास रह जाएंगे, मगर पंजाबी हमेशा के लिए इनको बेघर कर देंगे, ये मैं कहता हूं। भाईवा साहब दो और की आवाज आ रही है, बीजेपी कह रही है कि और 2 आएंगे, क्या लगता है आपको कि और भी जो सिटिंग एमपी से बात नहीं, कर रही है? मेरी गल सुनो, बीजेपी ਨੂੰ मैं पूछना चाहना, बीजेपी ਨੂੰ ਉਹ ਘੱਟ ਤੋਂ ਘੱਟ ਕੋਈ ਆਪਣਾ ਤੇ ਵਿਖਾ ਦਿਓ, ਕੋਈ ਆਪਣਾ ਹੀ ਲੈ ਆਓ। ਕਾਂਗਰਸੀ ਕਰ- ਜਿਹੜੇ ਪੁਰਾਣੇ ਨੇ ਤੁਹਾਡੇ ਉਹ ਵਿਚਾਰੇ ਢੀਕੀ ਜਾਂਦੇ ਸਾਡੀ ਵਾਰੀ ਕਦੋਂ ਆਏਗੀ। ਇਹਨਾਂ ਤੋਂ ਲੱਭਣਾ ਕੀ ਹੈ? ਸਾਨੂੰ ਵੇਖੋ, ਮੈਂ ਤੁਹਾਨੂੰ ਸਹੀ ਚ ਦੱਸਾਂ, ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਇਹ 2 ਲੱਖ ਵੋਟ ਤੋਂ ਹਾਰ ਰਿਹਾ ਸੀ। ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹਦਾ ਕਰੀਏ ਕੀ। 3 ਵਾਰ ਦਾ ਐਮਪੀ ਹੈ ਸਰ ਬੇਅੰਤ ਸਿੰਘ ਜੀ, ਮਹਿਰੂਮ ਦਾ ਗ੍ਰੈਂਡਸਨ ਨੇ, ਇਹਨੂੰ ਜਵਾਬ ਕਿਸ ਤਰ੍ਹਾਂ ਦਈਏ। ਇਹਨੇ ਸਾਡਾ ਕੰਮ ਬੜਾ ਸੌਖਾ ਕਰਤਾ। ਕਾਂਗਰਸ ਦਾ ਨਵਾਂ ਨੁਮਾਇੰਦਾ ਆਏਗਾ ਤੇ ਇਹਦਾ ਮਾਂਜਾ ਲਾਏਗਾ ਉੱਥੋਂ, ਇਹਨੂੰ ਚੰਗੀ ਤਰ੍ਹਾਂ ਨਿਹੰਗਾਂ ਦੇ ਬਾਟੇ ਵਰਗਾ ਮਾਂਜੇਗਾ। सर और भी जो जाएंगे कि उनको क्या आप ਮੈਨੂੰ ਕੁਝ ਨਹੀਂ ਪਤਾ ਕਿਹੜਾ ਕਿਹੜਾ ਜਾਂਦਾ ਹੈ। ਜਿਹੜੇ ਆਦਮੀ ਕਿਸੇ ਆਈਡੀਓਲੋਜੀ ਨਾਲ ਨਹੀਂ ਬੱਝੇ, ਉਹਨਾਂ ਦਾ ਤਾਂ ਕੋਈ ਇਸ किस्म ਦੇ ਲੋਕ कोई पहली बार थोड़ा होया जी। बीजेपी 13 सीटों पर लड़ने की बात कह रही है। इनके पास तो 13 खुद के ओरिजिनल कैंडिडेट ही है नहीं भाई। कैंडिडेट कितने जा रहे हैं उधर? हमारे आप फिक्र मत कीजिए, जो इज्जत वाला है, जो खुदार कैंडिडेट है, वो तो कोई जाएगा नहीं। बेईमानों का पता कुछ नहीं, बेईमानों का पता कुछ नहीं, खुदार कोई नहीं जाएगा। जो आइडियोलॉजी से बजा हुआ है, जो कॉन्स्टिट्यूशन को बचाना चाहता है, जो पंजाब के इंटरेस्ट को प्रोटेक्ट करना चाहता है, वो तो नहीं कोई जाएगा। मगर जिसने अपना घर प्रोटेक्ट करना है, जिसने अपनी सिक्योरिटी प्रोटेक्ट कर कर रखनी है, जिसने सेंट्रल गवर्नमेंट के बेनिफिट लेने हैं, वो पता नहीं कितने जा सकते हैं। मगर मुझे इस बात का मैं आपको बताऊं, हमें 1 मिनट भी अफसोस नहीं हुआ इसके जाने का। कुछ लोगों के जाने का हमें पहले अफसोस हुआ, मगर इनके जाने का नहीं हुआ। इससे तो हमें बहुत, मैं समझता हूं, शांति आई। Phone, he's not listening to us, he's not here. Please, this is our work. Now, and being sitting a member of parliament, I'm helpless. But now I have the opportunity to give that ticket to some new people. And तुसी आपने देखेंगे कि एक नया इनकलाब लुधियाना के अंदर होगा। ये हमारे लिए अपॉर्चुनिटी है, कोई बड़ी बात नहीं है बिट्टू का जाना। जो बोल रहे हैं कि और भी जाना चाह रहे हैं बीजेपी में, और भी लाइन में। So that's very good, to be very honest. जिनको जाना है, it's an open platform यार, anybody can go. I can't stop anybody going. मैं किसी को रोक नहीं सकता हूं, लेकिन पंजाब के लोग ਜਾਂ ਪੰਜਾਬ ਦੇ ਲੋਕ ਮਾਫ ਨਹੀਂ ਕਰਦੇ ਜਿਹੜੇ ਲੋਕ ਔਖੇ ਸਮੇਂ। ਦਿਸ ਇਜ਼ ਦ ਡਿਫਿਕਲਟ ਟਾਈਮ। ਪੰਜਾਬੀ ਕਿਉਂ ਜਾਣਿਆ ਜਾਂਦਾ ਹੈ? ਪੰਜਾਬੀ ਇਸ ਕਰਕੇ ਜਾਣਿਆ ਜਾਂਦਾ ਹੈ, ਇਸ ਤਰ੍ਹਾਂ ਤਾਂ ਸਰਹੱਦ ਤੇ ਜਿਹੜਾ ਫੌਜੀ ਲੜ ਰਿਹਾ ਹੋਏਗਾ, ਇਫ ਯੂ ਫੀਲ ਕਿ ਪਾਕਿਸਤਾਨ ਦੇ ਲੋਕ 50 ਲੋਕ ਆ ਗਏ ਤੇ ਇੱਕ ਸਿੰਗਲ ਰਹਿ ਗਿਆ, ਉਹ ਛੱਡ ਕੇ ਆਪਦੀ ਬੰਦੂਕ ਲੈ ਕੇ ਛੱਡ ਕੇ ਆ ਜਾਏਗਾ। ਪਰ ਯਾਦ ਉਹਨੂੰ ਰੱਖਿਆ ਜਾਏਗਾ ਜਿਹੜਾ ਇੱਕ ਸਿੰਗਲ ਬੰਦੂਕ ਦੇ ਨਾਲ ਲੜਦੇ ਦਮ ਤੋੜ ਜਾਏਗਾ। ਐਂਡ ਤੁਹਾਨੂੰ ਪਤਾ ਹੈ ਸਰਦਾਰ ਬੇਅੰਤ ਸਿੰਘ ਵਾਈਟ ਪਗੜੀ ਚਿੱਟੇ ਰੰਗ ਦੀ ਪੱਗ ਬੰਨਿਆ ਕਰਦੇ ਸੀ। ਮੇਰਾ ਦਿਲ ਦੁਖ ਰਿਹਾ ਅੱਜ ਇਸ ਗੱਲ ਦਾ। ਮੇਰਾ ਕੋਈ ਗਰਜ ਨਹੀਂ ਹੈ ਬਿੱਟੂ ਨਾਲ। ਠੀਕ ਹੈ, ਹੀ ਫੀਲ ਦੈਟ ਮੇਰੇ ਕੋਲੇ ਓਪਰਚੁਨਿਟੀ ਆਈ ਹੈ, ਬੀਜੇਪੀ ਮੈਨੂੰ ਮੰਤਰੀ ਬਣਾਏਗੀ, ਐਮਐਲਏ ਐਮਪੀ ਦੀ ਟਿਕਟ ਦੇਗੀ, ਮੈਂ ਜਿੱਤ ਜਾਵਾਂਗਾ। ਹੋ ਸਕਦਾ ਉਹਦੇ ਮਨ 'ਚ ਸਾਰੇ ਖਿਆਲ ਹੋਣ, ਹੋ ਸਕਦਾ ਫੈਸਲਾ ਬਿਲਕੁਲ ਉਲਟ ਹੋ ਜਾਏ ਕਿ ਬਿੱਟੂ ਚੁਣਾਵ ਹਾਰ ਜਾਏ ਲੁਧਿਆਣਾ ਤੋਂ। ਲੇਕਿਨ ਸਰਦਾਰ ਬੇਅੰਤ ਸਿੰਘ ਦਾ ਜਿਹੜਾ ਨਾਮ ਸੀਗਾ, ਜਿਹੜਾ ਫਕਰ ਦੇ ਨਾਲ ਬਿੱਟੂ ਜੀ ਲੈਂਦੇ ਸੀ, ਅੱਜ ਉਹ ਕਿਤੇ ਨਾ ਕਿਤੇ ਗੱਲ ਢਿੱਲੀ ਪੈ ਜਾਣੀ ਹੈ। ਲੋਕ ਆਖਣਗੇ ਕਿਉਂਕਿ ਸਰਦਾਰ ਬੇਅੰਤ ਸਿੰਘ ਦੀ ਉਹ ਚਿੱਟੀ ਪੱਗ ਕਾਂਗਰਸ ਪਾਰਟੀ ਬੇਅੰਤ ਸਿੰਘ ਜੀ ਦੇ ਨਾਂ ਨਾਲ ਜਾਣੀ ਜਾਂਦੀ ਸੀ, ਬੇਅੰਤ ਸਿੰਘ ਕਾਂਗਰਸ ਪਾਰਟੀ ਦੇ ਨਾਂ ਨਾਲ ਜਾਣੇ ਜਾਂਦੇ ਸੀ। ਇੱਕ ਉਹ ਮਰਹੂਮ ਸਾਡਾ ਮੁੱਖ ਮੰਤਰੀ, ਅਸੀਂ ਸਾਰੇ ਉਹਨਾਂ ਨੂੰ ਸਿਜਦਾ ਕਰਦੇ ਹਾਂ। ਲੇਕਿਨ ਜਿਸ ਪ੍ਰਕਾਰ ਬਿੱਟੂ ਜੀ ਇਸ ਮੂਮੈਂਟ ਤੇ ਛੱਡ ਕੇ ਗਏ ਆ, ਇਹਦੇ ਨਾਲ ਮੇਰੇ ਮਨ ਨੂੰ ਠੇਸ ਬਹੁਤ ਪਹੁੰਚੀ ਹੈ। ਹੋਰ ਵਿਅਕਤੀ ਕੌਣ ਖੜੇਗਾ, ਲੇਕਿਨ ਪਾਰਟੀ ਨੂੰ ਕੋਈ ਫਰਕ ਨਹੀਂ ਪਏਗਾ। ਮੈਂ ਸੱਚ ਦੱਸ ਰਿਹਾ ਤੁਹਾਨੂੰ। ਤੁਸੀਂ ਦੇਖੋ ਗੁਰਕੀਰਤ ਕੋਟਲੀ ਸਾਡੇ ਨਾਲ ਹੈ, ਸੇਮ ਫੈਮਿਲੀ, ਇੱਕ ਘਰੇ ਰਹਿੰਦੇ ਬੰਦੇ, ਦੈਟ ਗੁਰਕੀਰਤ ਕੋਟਲੀ ਸਾਡੇ ਨਾਲ ਹੈ। ਤੇਜ ਪ੍ਰਕਾਸ਼ ਜੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ, ਗੁਰਕਵਲ ਕੌਰ ਉਹਨਾਂ ਦੀ ਭੂਆ ਜੀ ਨੂੰ ਟਿਕਟ ਦਿੱਤੀ, ਮਾਤਾ ਜੀ। ਮਤਲਬ ਕਿ ਮੇਰੇ ਕਹਿਣ ਦਾ ਮਤਲਬ ਉੱਥੇ ਉਹ ਭੀੜ 'ਚ ਇੱਕ ਮੈਂਬਰ ਆਫ ਪਾਰਲੀਮੈਂਟ ਤਾਂ ਹੋ ਸਕਦਾ ਬਣ ਜਾਣ,
ਲੇਕਿਨ ਉਹ ਕੇਵਲ ਬਿੱਟੂ ਜੀ ਬਣ ਕੇ ਰਹਿ ਜਾਣਗੇ। ਇੱਥੇ ਉਹ ਸੀਗੇ ਕਿ ਸਰਦਾਰ ਸਵਰਗੀਆ ਸਰਦਾਰ ਬੇਅੰਤ ਸਿੰਘ ਜੀ ਦੇ ਪੋਤਰੇ, ਕਾਂਗਰਸ ਪਾਰਟੀ ਦੇ ਉਹ ਸਤੰਭ, ਬੜਾ ਵੱਡਾ ਇੱਕ ਨਾਮ ਸੀਗਾ ਜਿਸ ਨਾਮ ਲਈ ਲੋਕ ਤਰਸਦੇ। ਅੱਜ ਉਹ ਉਹਨਾਂ ਨੇ ਜ਼ੀਰੋ ਤੇ ਜਾ ਕੇ ਖੜਾ ਕਰਤਾ। आप देखना दिन ब दिन जिस प्रकार से बंदा पोच हो रहे हैं। कोई गए हैं, 3 लोग गए हैं हमारे, तो जो 3 लोग गए हैं, मेरी बात याद रखना, कहीं और से कोई पार्टी जीत जाए, ये 3 व्यक्ति नहीं जीतेंगे, ये बात लिख लो मेरी बात। ऑल द बेस्ट टू बिट्टू जी, मेरा कुलीग रहा है, हमने इकट्ठे ने यूथ कांग्रेस का चुनाव लड़ा था। राहुल गांधी बिट्टू जी को बहुत प्यार करते थे। राहुल जी ने अंबिका सोनी जी की टिकट काटकर, मेरे को पता है, अंबिका जी शी वॉज प्रिपेयरिंग कि ये चुनाव मैंने लड़ना है, और सारा उन्होंने बीइंग ए टूरिज्म मिनिस्टर वो जो बहुत सारा पैसा अनंतपुर साहब में लगाया, पार्लियामेंट लड़ना चाहती थी। राहुल जी ने कहा कि मैम आई वांट टू गिव दिस टिकट टू बिट्टू। पहले रोल मॉडल थे कि बिट्टू को लेके चलते थे, बिट्टू की पहचान करते थे, और ये मेरे को लगता है लीडरशिप का भी कहीं ना कहीं दिल टूटा। और इससे क्या है, बेविश्वासी होती है कि लीडरशिप में अगला कहता है यार किसके ऊपर एतबार करेंगे, अगर बिट्टू चला जाएगा, जीत हार की नहीं है बात, तो कोई कितनी सीट्स आती है, 1 जाने से या 2 जाने से या 3 जाने से कोई फर्क नहीं पड़ता है। लेकिन इससे एक ना, मैं समझता हूं कि बंदे की एथिकली जो मौत हो जाती है। कैसे कहेगा बंदा चौड़ा होके कि मैं हूं, बंदा ऐसे चाहे अंदर से ऊपर से लगता हो बंदे को तगड़ा है, आपको लगता है कि बंदा बड़ी गाड़ी से उतर रहा है, इसकी बड़ा चाम दाम है, लेकिन अंदर से अंदर ही अंदर उसको चिंता खा रही होती है। अच्छा वकील साहब, पहले देखिए कैप्टन अमरिंदर सिंह गए, उसके बाद पत्नी गई उनकी परनीत कौर, अब ये भी देख लेना पहले अमरिंदर सिंह का क्या हाल हुआ, फिर आज अब हमारी आदरणीय मैडम परनीत कौर जी भी चुनाव लड़ रही हैं, उनका भी आपको पता चल जाएगा, और आदरणीय मेरे भाई बिट्टू जी का भी पता चल जाएगा। क्या कहेंगे लोगों को, किसानों के लिए 1 साल धरना दिया जंतर मंतर पे, क्या कहेंगे अब बिट्टू जी किसानों को? ये वही बात है, चब्बेवाल जी गए, वो कर्जे की वो लेकर गए थे कि इतना कर्जा 1.5 दिन बाद ही बदल गए। ऐसे लोगों को लोग ये समझते हैं कि ये ताकत के लिए गए हैं, ये कुछ पाने के लिए गए हैं, बल्कि उनको लगता है कि यार कुछ ना कुछ मिल जाए। मंथन किया जड़ा तुसी उस मंथन दे विच अबे भाई सुनो, हमने मंथन कोई नहीं किया, कोई मंथन नहीं असी कीता। असी बैठ के स्ट्रैटेजी बनाई है कि असी लड़ना किवें। तुहानू पता है कि कोई एडा चक्कर तो नहीं हो गया, असी तो बिल्कुल 100% खुश हैं, कोई ऐसी गल नहीं है, कोई ऐसी गल मैं क्या सर, कोई ऐसी गल नहीं है। तुसी देखोगे कि ऐसा उम्मीदवार देंगे, फटे छक देंगे। अच्छा बेटिंडा आप लड़ रहे हैं लोकसभा, अभी मेरा कोई इरादा नहीं है। बीजेपी ज्वाइन करके ਧਰੋ ਕਰਕੇ ਤਾਂ ਸਾਰੇ ਆਪਣੇ ਆਪ ਨੂੰ ਨਾ ਕਿਤੇ ਠੱਗਿਆ ਮਹਿਸੂਸ ਕਰਦੇ ਆ। ਉਹ ਤਾਂ ਗੱਲ ਛੱਡੋ, ਅੱਜ ਸਾਰੇ ਲੁਧਿਆਣੇ ਦਾ ਜਿਹੜਾ ਵੋਟਰ ਹੈ ਉਹ ਮਜ਼ਾਕ ਬਣਾ ਰਿਹਾ। ਸੋ ਮਜ਼ਾਕ ਬਿੱਟੂ ਜੀ ਦਾ ਬਣਿਆ, ਬਿੱਟੂ ਤੇ ਜੀ ਦੇ ਜਾਣ ਨਾਲ ਕਾਂਗਰਸ ਦਾ ਬਣਿਆ। ਮੈਂ ਇਹਦੇ ਤੇ ਕੀ ਵਿਚਾਰ ਰੱਖਾਂ? ਕੋਈ ਸਫੋਕੇਟਡ ਹੋ ਕੇ ਜਾਏ ਨਾ ਵੀ ਹਾਂ ਜੀ ਮੈਨੂੰ ਟਿਕਟ ਨਹੀਂ ਸੀ ਦੇ ਰਹੇ, ਮੇਰੀ ਲੀਡਰਸ਼ਿਪ ਤੇ ਕੁਐਸਚਨ ਮਾਰਕ ਸੀ, ਮੈਨੂੰ ਕੋਈ ਪੁੱਛਦਾ ਨਹੀਂ ਸੀ, ਮੈਨੂੰ ਕੋਈ ਸਿਆਣਦਾ ਨਹੀਂ, ਇਹੋ ਜਿਹੀ ਕੋਈ ਗੱਲ ਹੀ ਨਹੀਂ। ਤੁਸੀਂ ਸਭ ਤੋਂ ਅੱਛੀ ਪੋਸਟ ਤੇ ਹੋ, ਉਹਨਾਂ 40-50 ਬੰਦਿਆਂ ਚੋਂ ਜਿਹੜੇ ਬਹਿਣੇ ਹੀ ਬਹਿਣੇ ਸਾਡੀ ਲੀਡਰਸ਼ਿਪ ਨਾਲ, ਕੇਸੀ ਜੀ ਨਾਲ, ਖੜਗੇ ਸਾਹਿਬ ਨਾਲ, ਰਾਹੁਲ ਜੀ ਨਾਲ, ਸੋਨੀਆ ਜੀ ਨਾਲ, ਜਿਨ੍ਹਾਂ ਦਾ 6 ਮਹੀਨੇ ਪਾਰਲੀਮੈਂਟ ਚੱਲਦੀ ਹੈ ਤੇ ਪਾਰਲੀਮੈਂਟ 'ਚ ਉਹਨਾਂ ਦੇ ਨਾਲ ਹੀ ਰਹਿਣਾ। ਜੇ ਆ ਕੇ ਦੇਖ ਕੇ ਲੁਧਿਆਣੇ ਤੋਂ ਲੜ ਕੇ ਵੇਖ ਲੈਣ, ਮੈਂ ਕਿਹਾ ਲੜ ਕੇ ਵੇਖ ਲੈਣ। ਇਸ ਮੌਕੇ ਤੇ ਅਗਰ ਤੁਸੀਂ ਮੈਨੂੰ ਕਹੋ ਬਿੱਟੂ ਤੇ ਮੈਂ ਕੋਈ ਟਿੱਪਣੀ ਕਰਾਂ ਤਾਂ ਕੁਝ ਸਮਝ ਨਹੀਂ ਆਉਂਦਾ ਵੀ ਕੀ ਕਰਾਂ। ਉਹੋ ਜਿਹੇ ਬੰਦੇ ਜਿਹਦੇ ਨਾਲ ਏਡੀ ਨੇੜਤਾ ਹੋਵੇ, ਹਰ ਚੀਜ਼ ਸਲਾਹ ਮਸ਼ਵਰੇ ਨਾਲ ਹੁੰਦੀ ਹੋਵੇ, ਅਚਨਚੇਤ ਇਹੋ ਜਿਹਾ ਕਦਮ ਚੁੱਕ ਜਾਏ, ਫਿਰ ਉਦੋਂ ਮੈਂ ਤੁਹਾਨੂੰ ਸੱਚੀ ਗੱਲ ਦੱਸ ਬਈ, ਜਦੋਂ ਹੁਣ ਟਿਕਟਾਂ ਦਾ ਦੌਰ ਚੱਲਦਾ ਪਿਆ, ਸਿਟਿੰਗ ਐਮਪੀ ਉਹਨਾਂ ਦੇ ਅਗੇਂਸਟ ਕੋਈ ਨਾ ਕੋਈ ਟਿਕਟ ਮੰਗਦਾ ਆ। ਲੁਧਿਆਣੇ 'ਚ ਬਿੱਟੂ ਜੀ ਇਹੋ ਜਿਹੇ ਫਾਰਚੂਨੇਟ ਬੰਦੇ ਸੀਗੇ ਵੀ ਅਸੀਂ ਸਾਰੇ ਦੇ ਸਾਰੇ ਹਲਕਾ ਇੰਚਾਰਜ, ਚਾਹੇ ਪਾਂਡੇ ਸਾਹਿਬ, ਡਾਬਰ ਸਾਹਿਬ, ਸੰਜੇ ਜੀ, ਵੈਦ ਸਾਹਿਬ, ਈਸ਼ਵਰ ਜੋਤ ਚੀਮਾ, ਜੱਗਾ ਜੀ, ਸੰਧੂ ਸਾਹਿਬ, ਅਸੀਂ ਕਿਸੇ ਨੇ ਟਿਕਟ ਉਹਨਾਂ ਦੇ ਅਗੇਂਸਟ ਮੰਗੀ ਨਹੀਂ। ਰਾਦਰ ਸਭ ਨੇ ਉਹਨਾਂ ਨੂੰ ਇੰਨਾ ਮਾਣ ਸਤਿਕਾਰ ਦਿੱਤਾ। ਤੇ ਫਿਰ ਵੀ ਜਦੋਂ ਸਾਰੇ ਐਡੇ ਹਾਲਾਤ ਵੱਖਰੇ ਵੀ ਬਿੱਟੂ ਜੀ ਦੀ ਆਪ ਦੀ ਐਂਟੀ ਇਨਕੰਬੈਂਸੀ ਇਹ ਨਹੀਂ, ਲੋਕਾਂ ਦੇ ਵਿੱਚ ਉਹਨਾਂ ਦਾ
ਵੀ ਫੋਨ ਨਹੀਂ ਚੱਕਣਾ, ਆਉਂਦੇ ਜਾਂਦੇ ਨਹੀਂ, 4.5 ਸਾਲ ਬਾਅਦ ਆਇਆ। ਇਹਨਾਂ ਹਾਲਾਤਾਂ ਦੇ ਵਿੱਚ ਵੀ ਵਰਕਰ ਜਦੋਂ ਉਹਨਾਂ ਦੀ ਕੰਪੇਨ ਕਰਨ ਨਿਕਲ ਗਿਆ ਤੇ ਇੱਕੋ ਦਮ ਇਹੋ ਜਿਹਾ ਪਤਾ ਚੱਲਦਾ ਹੈ ਵੀ ਬਿੱਟੂ ਜੀ ਬੀਜੇਪੀ ਜੁਆਇਨ ਕਰ ਗਏ, ਧਰੋ ਕਰ ਗਏ, ਤਾਂ ਸਾਰੇ ਆਪਣੇ ਆਪ ਨੂੰ ਨਾ ਕਿਤੇ ਠੱਗਿਆ ਮਹਿਸੂਸ ਕਰਦੇ ਆ। ਉਹ ਸਮਝਦੇ ਆ ਵੀ ਉਹਨਾਂ ਨਾਲ ਕਿਤੇ ਨਾ ਕਿਤੇ ਧੋਖਾ ਹੋ ਗਿਆ। ਉਹ ਤਾਂ ਗੱਲ ਛੱਡੋ, ਅੱਜ ਸਾਰੇ ਲੁਧਿਆਣੇ ਦਾ ਜਿਹੜਾ ਵੋਟਰ ਹੈ ਉਹ ਮਜ਼ਾਕ ਬਣਾ ਰਿਹਾ। ਸੋ ਮਜ਼ਾਕ ਬਿੱਟੂ ਜੀ ਦਾ ਬਣਿਆ, ਬਿੱਟੂ ਤੇ ਜੀ ਦੇ ਜਾਣ ਨਾਲ ਕਾਂਗਰਸ ਦਾ ਬਣਿਆ। ਮੈਂ ਇਹਦੇ ਤੇ ਕੀ ਵਿਚਾਰ ਰੱਖਾਂ? ਕਾਂਗਰਸ ਉਵੇਂ ਹੀ ਮਜ਼ਬੂਤ ਹੈ ਜੀ। ਕੋਈ ਵੀ ਲੀਡਰ ਚਲੇ ਜਾਂਦਾ, ਕਾਂਗਰਸ ਦਾ ਵਰਕਰ ਨਹੀਂ ਜਾਂਦਾ। ਹਾਂ, ਉਹਦਾ ਆਪ ਦਾ ਡਿਸੀਜਨ ਹੈ। ਤੂੰ ਜੇ ਜਾਣਾ ਵੀ ਹੈ ਤਾਂ ਤੂੰ ਕਿਸੇ ਨਾਲ ਸਲਾਹ ਮਸ਼ਵਰਾ ਕਰ, ਕਿਸ ਕਰਕੇ ਜਾ ਰਿਹਾ। ਨਾ ਤੇਰੀ ਟਿਕਟ ਨੂੰ ਖਤਰਾ, ਨਾ ਤੇਰੀ ਲੀਡਰਸ਼ਿਪ ਨੂੰ ਖਤਰਾ, ਕਿਸ ਕਰਕੇ ਜਾ ਰਿਹਾ। ਇਹ ਤਾਂ ਫਿਰ ਕਮਜ਼ੋਰੀ ਹੈ ਨਾ। ਜਦੋਂ ਕੋਈ ਹੈ ਹੀ ਨਹੀਂ ਵੀ ਹਾਲਾਤ ਥੋੜੇ ਜਿਹੇ ਮਾੜੇ ਹੋ ਗਏ ਤਾਂ ਕਾਂਗਰਸ ਪਾਰਟੀ ਨੂੰ ਛੱਡ ਜਾਓ। ਫਿਰ ਇਹ ਲੀਡਰ ਥੋੜਾ ਹੋਇਆ, ਇਹ ਇਖਲਾਕ ਥੋੜਾ ਹੋਇਆ, ਇਹ ਕੋਈ ਅਸੂਲ ਥੋੜਾ ਹੋਏ ਤੁਹਾਡੇ। ਜੇ ਤੁਸੀਂ ਰਾਜਨੀਤੀ ਓਪਰਚੁਨਿਜ਼ਮ ਵਾਸਤੇ ਹੀ ਕਰਨੀ ਹੈ ਤਾਂ ਫਿਰ ਮੈਂ ਸਮਝਦਾ ਬਈ ਇਸ ਰਾਜਨੀਤੀ ਦਾ ਕੋਈ ਫਾਇਦਾ ਨਹੀਂ। ਕੋਈ ਵਪਾਰ ਵਪੂਰ ਕਰ ਲਓ। ਇਹਨਾਂ ਦੇ ਤਾਇਆ ਜੀ ਉਹ ਵੀ ਦੁਖੀ ਹੋਣਗੇ ਕਰੇ ਵੀ ਇਹ ਕੀ ਕਰ ਕੀ ਦਿੱਤਾ ਇਹਨਾਂ ਨੇ, ਫੈਸਲਾ ਕੀਤਾ ਕੀ, ਕਿਉਂ ਕੀਤਾ। ਚਲੋ ਸੋਚਿਆ ਅਸੀਂ, ਉਹਨੇ ਕੋਈ ਸੋਚ ਕੇ ਹੀ ਕਰਿਆ ਹੋਣਾ। ਜੇ ਕੁਝ ਪਤਾ ਹੁੰਦਾ ਤਾਂ ਉਹ ਪਹਿਲਾਂ ਦੱਸਦੇ, ਕਿਉਂਕਿ ਸਵੇਰ ਤੋਂ ਮੀਟਿੰਗਾਂ ਚੱਲ ਰਹੀਆਂ ਸਨ ਕੱਲ ਚੰਡੀਗੜ੍ਹ। ਸੋ ਆਲ ਆਫ ਸਡਨ ਹੋਇਆ। ਉਹਦੇ ਮਨ 'ਚ ਕੀ ਹੈ, ਕੀ ਮਨਸ਼ਾ ਹੈ, ਕਿਹੜੀ ਸੋਚ ਨਾਲ ਗਿਆ। ਅਸੀਂ ਤਾਂ ਸ਼ੁਭ ਕਾਮਨਾਵਾਂ ਦੇ ਸਕਦੇ ਹਾਂ ਵੀ ਛੋਟਾ ਭਾਈ ਸੀਗਾ, ਜਿੱਥੇ ਰਵੇ ਸੁਖੀ ਰਹੇ।